ਡੀਅਰ ਕੈਂਡੀਡੇਟਸ, ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ PS ਟੈਟ ਪੰਜਾਬ ਸਟੇਟ ਟੀਚਰ ਐਲੀਜੀਬਿਲਿਟੀ ਟੈਸਟ ਪੇਪਰ 1 ਤੇ ਵਿਸਥਾਰਪੂਰਵਕ ਚਰਚਾ ਕਰਾਂਗੇ। ਇਹਦੇ ਨਾਲ ਹੀ ਤੁਹਾਨੂੰ ਕਿਸ ਤਰੀਕੇ ਦੇ ਨਾਲ ਇਹਦੀ ਤਿਆਰੀ ਕਰਨੀ ਚਾਹੀਦੀ ਹੈ ਤੇ ਅਸੀਂ ਤੁਹਾਨੂੰ ਜਿਹੜਾ ਇੱਥੇ ਮਟੀਰੀਅਲ ਪ੍ਰੋਵਾਈਡ ਕਰਾਵਾਂਗੇ ਉਹਦੇ ਨਾਲ ਸੰਬੰਧਿਤ ਵੀ ਅਸੀਂ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ। ਤਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਡੀਅਰ ਕੈਂਡੀਡੇਟਸ, ਜਿਹੜਾ ਪੇਪਰ PTET ਦਾ 1 ਹੈ ਉਹ ਕਲਾਸ 1 ਤੋਂ ਲੈ ਕੇ 5th ਤੱਕ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਜਿਹੜਾ ਹੈ ਹੁੰਦਾ ਹੈ ਤੇ ਇਹ ਪ੍ਰਾਇਮਰੀ ਸਟੇਜ ਦਾ ਪੇਪਰ ਹੁੰਦਾ ਹੈ। ਇਹਦੇ ਲਈ ਉਹ ਕੈਂਡੀਡੇਟ ਜਿਨ੍ਹਾਂ ਨੇ ETT ਕੰਪਲੀਟ ਕਰ ਲਈ ਹੈ ਜਾਂ ETT 2 ਸਾਲ ਦੀ 1 ਸਾਲ ਦਾ ਜਿਹੜਾ ਕੋਰਸ ਵਰਕ ਕੰਪਲੀਟ ਕਰ ਚੁੱਕੇ ਨੇ ਉਹ ਇਹ ਪੇਪਰ ਦੇ ਸਕਦੇ ਨੇ। ਆਓ ਇਸ ਪੇਪਰ ਦੀ ਰੂਪਰੇਖਾ ਨੂੰ ਜਾਣਦੇ ਹਾਂ। ਇਹਦੇ ਵਿੱਚ ਜਿਹੜਾ ਸਮਾਂ ਹੈ ਉਹ 2.5 ਘੰਟੇ ਨਿਸ਼ਚਿਤ ਕੀਤਾ ਗਿਆ ਹੈ ਤੇ ਇਹਦੇ ਵਿੱਚ 150 ਕੁਐਸਚਨ ਆਉਣਗੇ। ਇੱਕ ਕੁਐਸਚਨ ਦਾ 1 ਅੰਕ ਨਿਰਧਾਰਿਤ ਹੈ ਤਾਂ ਇੱਥੇ ਤੁਹਾਨੂੰ 150 ਜਿਹੜਾ ਹੈ ਨੰਬਰਾਂ ਵਿੱਚੋਂ ਪਾਸਿੰਗ ਮਾਰਕਸ ਜਿਹੜੇ ਵੀ ਡਿਸਾਈਡਡ ਨੇ ਉਹ ਲੈਣੇ ਪੈਣਗੇ। ਹੁਣ ਉਸ ਤੋਂ ਬਾਅਦ ਦੇਖਦੇ ਹਾਂ ਸਟਰਕਚਰ ਆਫ ਕੁਐਸਚਨ ਪੇਪਰ ਕੀ ਹੈ। ਇਹਦੇ ਵਿੱਚ ਜਿਹੜੇ ਅਸੀਂ ਆਹ ਵਾਲੇ 5 ਕੰਪੋਨੈਂਟ ਦੇਖ ਰਹੇ ਨੇ ਇਹ ਕੰਪਲਸਰੀ ਨੇ। ਜਿਹੜਾ ਪਹਿਲਾ ਕੰਪੋਨੈਂਟ ਹੈ ਉਹ ਹੈ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦਾ। ਇਹਦੇ ਵਿੱਚ 30 ਕੁਐਸਚਨ ਆਉਣਗੇ, 1 ਨੰਬਰ ਦਾ 1 ਕੁਐਸਚਨ ਤੇ ਇੱਥੇ ਤੁਹਾਨੂੰ 30 ਕੁਐਸਚਨਾਂ ਦੇ 30 ਮਾਰਕਸ ਮਿਲਣਗੇ। ਇਸੇ ਤਰੀਕੇ ਨਾਲ ਲੈਂਗੁਏਜ 1 ਜਿਹੜੀ ਹੈ ਉਹ ਪੰਜਾਬੀ ਹੈ। ਪੰਜਾਬੀ ਦੇ ਵਿੱਚੋਂ ਸਾਡੇ ਕੋਲ ਅਗੇਨ 30 ਕੁਐਸਚਨ ਜਿਹੜੇ ਨੇ ਮਲਟੀਪਲ ਚੋਇਸ ਦੇ ਆਉਣਗੇ ਤੇ 30 ਦੇ 30 ਸਾਨੂੰ ਕਰਨੇ ਪੈਣਗੇ। 30 ਜਿਹੜਾ ਹੈ ਇੱਥੇ ਮਾਰਕਸ ਸਾਨੂੰ ਇਸ ਕੰਪੋਨੈਂਟ ਦੇ ਵਿੱਚ ਮਿਲਣਗੇ। ਤੀਸਰਾ ਜਿਹੜਾ ਕੰਪੋਨੈਂਟ ਹੈ ਉਹ ਲੈਂਗੁਏਜ 2 ਦਾ ਹੈ, ਜਿਹੜੀ ਕਿ ਇੰਗਲਿਸ਼ ਹੈ ਤੇ ਇਹ ਵੀ ਕੰਪਲਸਰੀ ਹੈ। ਇੰਗਲਿਸ਼ ਵਿੱਚੋਂ 30 ਮਲਟੀਪਲ ਚੋਇਸ ਕੁਐਸਚਨ ਆਉਣਗੇ ਤੇ ਇੱਕ ਕੁਐਸਚਨ ਦਾ 1 ਨੰਬਰ ਹੋਏਗਾ ਤੇ ਇੱਥੇ ਤੁਹਾਨੂੰ 30 ਮਾਰਕਸ ਮਿਲਣਗੇ। ਕੁਐਸਚਨ ਪੇਪਰ ਦੇ ਵਿੱਚ ਜਿਹੜਾ ਚੌਥਾ ਕੰਪੋਨੈਂਟ ਹੈ ਉਹ ਮੈਥਮੈਟਿਕਸ ਦਾ ਹੈ। ਇੱਥੇ ਵੀ ਸਾਨੂੰ ਮੈਥਮੈਟਿਕਸ ਵਿੱਚੋਂ 30 ਮਲਟੀਪਲ ਚੋਇਸ ਕੁਐਸਚਨ ਮਿਲਣਗੇ ਤੇ ਇੱਕ ਕੁਐਸਚਨ ਦਾ 1 ਮਾਰਕ ਹੋਏਗਾ, ਇੱਥੇ ਸਾਨੂੰ 30 ਮਾਰਕਸ ਮਿਲਣਗੇ। ਪੰਜਵਾਂ ਜਿਹੜਾ ਕੰਪੋਨੈਂਟ ਹੈ ਉਹ ਇਨਵਾਇਰਨਮੈਂਟਲ ਸਟੱਡੀ ਦਾ ਹੈ। ਇਨਵਾਇਰਨਮੈਂਟਲ ਸਟੱਡੀ ਵਿੱਚੋਂ 30 ਕੁਐਸਚਨ ਮਲਟੀਪਲ ਚੋਇਸ ਦੇ ਹੋਣਗੇ ਤੇ ਇੱਕ ਕੁਐਸਚਨ ਦਾ 1 ਨੰਬਰ ਹੋਏਗਾ, ਇੱਥੇ ਸਾਨੂੰ 30 ਮਾਰਕਸ ਮਿਲਣਗੇ। ਅੱਗੇ ਦੇਖਦੇ ਹਾਂ ਨੇਚਰ ਐਂਡ ਸਟੈਂਡਰਡ ਆਫ ਕੁਐਸਚਨਸ। The test items on child development and pedagogy will focus on the educational psychology of teaching and learning relevant to the age group of the 6 to 11 11 ਸਾਲ ਤੱਕ 6 ਤੋਂ 11 ਸਾਲ ਤੱਕ ਦੇ ਜਿਹੜੇ ਬੱਚਿਆਂ ਦਾ ਏਜ ਗਰੁੱਪ ਹੈ ਉਹਦੇ ਵਿੱਚ ਟੀਚਿੰਗ ਤੇ ਲਰਨਿੰਗ ਦੀ ਸਾਈਕੋਲੋਜੀ ਦੇ ਉੱਪਰ ਆਧਾਰਿਤ ਜਿਹੜੇ ਨੇ ਪਹਿਲੇ ਕੰਪੋਨੈਂਟ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੇ ਵਿੱਚੋਂ 30 ਕੁਐਸਚਨ ਹੋਣਗੇ। ਦੇ ਵਿਲ ਫੋਕਸ ਔਨ ਅੰਡਰਸਟੈਂਡਿੰਗ ਦਾ ਕਰੈਕਟਰਿਸਟਿਕਸ ਐਂਡ ਨੀਡਸ ਆਫ ਡਾਈਵਰਸ ਲਰਨਰਸ ਦੀਆਂ ਲਰਨਿੰਗ ਦੇ ਵਿੱਚ ਕਿਹੜੀਆਂ ਨੀਡਸ ਹੁੰਦੀਆਂ ਨੇ ਉਹਨਾਂ ਨੂੰ ਧਿਆਨ 'ਚ ਰੱਖ ਕੇ ਇਹ ਕੁਐਸਚਨ ਡਿਜ਼ਾਈਨ ਕੀਤੇ ਜਾਂਦੇ ਨੇ। ਇੰਟਰੈਕਸ਼ਨ ਵਿਦ ਲਰਨਰਸ ਐਂਡ ਦਾ ਐਟਰੀਬਿਊਟਸ ਐਂਡ ਕੁਆਲਿਟੀਜ਼। ਇਸ ਤਰੀਕੇ ਦੇ ਨਾਲ ਸਾਡੇ ਕੋਲ ਅਸੀਂ ਦੇਖਿਆ ਹੈ ਕਿ ਪਹਿਲਾ ਕੰਪੋਨੈਂਟ ਜਿਹੜਾ ਹੈ ਉਹ ਲਰਨਿੰਗ ਪ੍ਰੋਸੈਸ ਦੇ ਦੋਨੇ ਲੈਵਲ ਲਰਨਿੰਗ ਐਂਡ ਟੀਚਿੰਗ ਦੀ ਸਾਈਕੋਲੋਜੀ ਦੇ ਉੱਪਰ ਆਧਾਰਿਤ ਹੋਏਗਾ। ਆਫ ਅ ਗੁੱਡ ਫੈਸਿਲਿਟੇਟਰ ਆਫ ਲਰਨਿੰਗ, ਤੁਸੀਂ ਕਿਸ ਤਰੀਕੇ ਦਾ ਲਰਨਿੰਗ ਦੇ ਵਿੱਚ ਇੱਕ ਗੁੱਡ ਫੈਸਿਲਿਟੇਟਰ ਦੀ ਭੂਮਿਕਾ ਨਿਭਾ ਸਕਦੇ ਹੋ। Around 70% of items would focus on the mentioned units A and B in the syllabus, while 30% would be related to the learning and pedagogy ਦਾ। ਸੈਕਿੰਡ ਹੈ ਸਾਡੇ ਕੋਲ the test items of language 1, ਜਿਹੜਾ ਦੂਸਰਾ ਕੰਪੋਨੈਂਟ ਹੈ language 1 ਪੰਜਾਬੀ ਦਾ will focus on proficiencies related to the medium of instruction. Pedagogy of language development would cover 45 to 50% of the test items. ਜਿਹੜਾ ਭਾਸ਼ਾ ਨੂੰ ਪੜ੍ਹਾਉਣ ਦੀ ਜਿਹੜਾ ਮਨੋਵਿਗਿਆਨ ਹੈ ਉਹਦੇ ਤੇ ਆਧਾਰਿਤ ਜਿਹੜਾ ਹੈ 40 ਤੋਂ 45% ਤੇ ਦੂਸਰਾ ਜਿਹੜਾ ਹੈ 50% ਵਾਲਾ ਜਿਹੜਾ ਕੰਪੋਨੈਂਟ ਹੈ ਉਹ ਹੈ ਰਿਲੇਟਡ ਟੂ ਦਾ ਮੀਡੀਅਮ ਆਫ ਇੰਸਟਰਕਸ਼ਨ, ਪੰਜਾਬੀ ਭਾਸ਼ਾ ਦੀ ਜਿਹੜੀ ਹੈ ਮੁਹਾਰਨੀ ਤੇ ਹੋਰ ਚੀਜ਼ਾਂ ਦੇ ਉੱਪਰ ਆਧਾਰਿਤ ਹੋਏਗਾ। ਦੂਸਰੀ ਜਿਹੜੀ ਲੈਂਗੁਏਜ ਹੈ ਤੀਸਰਾ ਕੰਪੋਨੈਂਟ ਹੈ ਇਹ ਸਾਡੇ ਕੋਲ ਹੁਣ ਇੰਗਲਿਸ਼ ਜਿਹੜੀ ਲੈਂਗੁਏਜ ਹੈ ਲੈਂਗੁਏਜ 2 ਹੈ, ਇਹ ਕੰਪਲਸਰੀ ਹੈ। ਇਹ ਵੀ ਜਿਹੜਾ ਹੈ ਫੋਕਸ ਔਨ ਐਲੀਮੈਂਟਸ ਆਫ ਲੈਂਗੁਏਜ, ਇੰਗਲਿਸ਼ ਲੈਂਗੁਏਜ ਦੇ ਜਿਹੜੇ ਦੂਸਰੇ ਐਲੀਮੈਂਟਸ ਹੋਣਗੇ ਕਮਿਊਨੀਕੇਸ਼ਨ ਐਂਡ ਕੰਪਰੀਹੈਂਸ਼ਨ ਸਕਿੱਲਸ ਦੇ ਉੱਪਰ ਡਿਪੈਂਡ ਹੋਏਗਾ। ਇਸੇ ਤਰ੍ਹਾਂ ਪੈਡਾਗੋਜੀ ਆਫ ਲੈਂਗੁਏਜ ਜਿਹੜਾ ਹੈ ਜਿਹੜੀ ਸਾਈਕੋਲੋਜੀ ਹੈ ਪੈਡਾਗੋਜੀ ਦੀ ਜਿਹੜਾ ਪੈਡਾਗੋਜੀ ਹੈ ਲੈਂਗੁਏਜ ਦੀ ਭਾਸ਼ਾ ਦੀ ਜਿਹੜੀ ਇੰਗਲਿਸ਼ ਲੈਂਗੁਏਜ ਦੀ ਜਿਹੜੀ ਪੈਡਾਗੋਜੀ ਹੈ ਉਹਦੇ ਉੱਪਰ ਆਧਾਰਿਤ ਜਿਹੜਾ ਹੈ 50% ਪੇਪਰ ਹੋਏਗਾ। ਡਿਵੈਲਪਮੈਂਟ ਐਂਡ ਵੁੱਡ ਬੀ ਕਵਰ 45 to 50% ਆਫ ਦਾ ਟੈਸਟ। ਮਤਲਬ ਕੀ ਹੋਏਗਾ ਇਹਦੇ ਵਿੱਚ ਸੈਕੰਡ ਲੈਂਗੁਏਜ ਦੇ ਵਿੱਚ ਤੇ ਫਸਟ ਲੈਂਗੁਏਜ ਦੇ ਵਿੱਚ 50 ਕੁਐਸਚਨ ਦਾ ਸਬਜੈਕਟ ਰਿਲੇਟਡ ਹੋਣਗੇ 50%, 50% ਜਿਹੜੇ 30 ਵਿੱਚੋਂ 15 ਕੁਐਸਚਨ ਲਗਭਗ 15 ਕੁਐਸਚਨ ਮਤਲਬ 50% ਜਿਹੜੇ ਕੁਐਸਚਨ ਨੇ ਉਹ ਭਾਸ਼ਾ ਦੇ ਸਿੱਧੇ ਕੁਐਸਚਨ ਹੋਣਗੇ। ਜਿਵੇਂ ਪੰਜਾਬੀ ਦੇ ਵਿੱਚ ਉਹ ਵਰਨਮਾਲਾ ਨਾਲ ਰਿਲੇਟਡ ਮਾਤਰਾਵਾਂ ਨਾਲ ਰਿਲੇਟਡ ਇਸ ਤਰ੍ਹਾਂ ਦੇ ਕੁਐਸਚਨ ਪੁੱਛੇਗਾ। ਤੇ ਦੂਸਰਾ ਜਿਹੜਾ ਹੈ ਲੈਂਗੁਏਜ ਦੀ ਜਿਹੜੀ ਪੈਡਾਗੋਜੀ ਹੈ
ਉਹਦੇ ਨਾਲ ਰਿਲੇਟਡ ਹੋਣਗੇ, ਜਿਸ ਤਰ੍ਹਾਂ ਨਿਗਨਾਤਮਕ, ਇੰਡਕਟਿਵ ਐਂਡ ਡਿਡਕਟਿਵ ਮੈਥਡਸ ਹੋ ਗਏ, ਠੀਕ ਹੈ। ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਨੇ ਇਹ 50% ਹੋਣਗੇ, ਅਰਥਾਤ 15 ਕੁਐਸਚਨ ਜਿਹੜੇ ਨੇ ਉਹ ਸਿੱਧੇ ਭਾਸ਼ਾ ਦੇ ਤੇ 15 ਕੁਐਸਚਨ ਜਿਹੜੇ ਨੇ ਉਹਦੀ ਟੀਚਿੰਗ ਮੈਥਡਸ ਨਾਲ ਰਿਲੇਟਡ ਹੋਣਗੇ। ਉਸ ਤੋਂ ਬਾਅਦ ਅਗਲਾ ਕੰਪੋਨੈਂਟ ਹੈ the test items in mathematics and environmental studies will be focused on the concepts। ਜਿਹੜੇ ਮੈਥਮੈਟਿਕਸ ਦੇ ਕਨਸੈਪਟਸ ਹੋਣਗੇ ਐਲਜੈਬਰਾ ਟਾਈਪ, ਇਸ ਤਰੀਕੇ ਦੇ ਨਾਲ ਉਹ ਟੈਸਟ ਦੇ ਵਿੱਚ ਪੁੱਛੇ ਜਾਣਗੇ। ਪ੍ਰੋਬਲਮ ਸੋਲਵਿੰਗ ਐਬਿਲਿਟੀਜ਼ ਐਂਡ ਪੈਡਾਗੋਜੀਕਲ ਅੰਡਰਸਟੈਂਡਿੰਗ ਆਫ ਦਾ ਸਬਜੈਕਟਸ in both subject areas। pedagogical understanding would cover 25 to 30% of the items in both of the subjects area। test items shall be eventually distributed over different divisions of the syllabus of that subject prescribed for class 1st to 5th by the education development। ਜਿਹੜਾ ਸਿਲੇਬਸ ਹੈ 5ਵੀਂ ਤੱਕ ਦਾ, ਉਹਦੇ ਵਿੱਚੋਂ ਵੀ ਕੁਐਸਚਨ ਜਿਹੜੇ ਨੇ ਇਹਦੇ ਪੁੱਛੇ ਜਾਣਗੇ, ਜਿਹੜਾ ਪੰਜਾਬ ਬੋਰਡ ਦੀਆਂ ਕਿਤਾਬਾਂ ਦੇ ਵਿੱਚ ਹੈ। The questions in the test for paper 1 will be based on the topics prescribed in the syllabus। ਜਿਹੜਾ ਸਿਲੇਬਸ ਦਿੱਤਾ ਗਿਆ ਹੈ, ਜਿਹੜਾ ਕਿ ਅੱਗੇ ਦੇਖਾਂਗੇ, ਉਹਦੇ ਵਿੱਚੋਂ ਹੀ ਕੁਐਸਚਨ ਆਣਗੇ। ਸੋ ਆਪਾਂ ਨੇ ਉਹ ਸਿਲੇਬਸ ਬੜਾ ਧਿਆਨ ਨਾਲ ਕਰਨਾ ਹੈ। But their difficulty standard as well as linkages could up the secondary stage। ਉਹਨਾਂ ਦਾ ਲੈਵਲ ਥੋੜਾ ਸੈਕੰਡਰੀ ਲੈਵਲ ਦਾ ਹੋਏਗਾ, ਹਾਈ ਹੋਏਗਾ। ਇਸ ਲਈ ਜਿਹੜਾ ਹੈ ਕੋਈ ਵੀ ਟੌਪਿਕ ਤੁਸੀਂ ਕਰਨਾ ਹੈ ਉਹ ਬੜਾ ਹੀ ਧਿਆਨ ਨਾਲ ਤੇ ਬੜਾ ਹੀ ਫੋਕਸਡ ਕਰਨਾ ਹੈ, ਪੂਰਾ ਡੀਪਲੀ ਕਰਨਾ ਹੈ। ਉਹਦੇ ਹਰ ਕੁਐਸਚਨ ਤੱਕ, ਉਹਦੀਆਂ ਜੜ੍ਹਾਂ ਤੱਕ ਤੁਸੀਂ ਪਹੁੰਚਣਾ ਹੈ। ਤੇ ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਕਦੇ ਵੀ ਇੱਕ ਕਿਤਾਬ ਨੂੰ ਫੋਲੋ ਕਰਕੇ ਆਪਣੇ ਆਪ ਨੂੰ ਇੱਕ ਕਿਤਾਬ ਦੇ ਉੱਪਰ ਡਿਪੈਂਡੈਂਟ ਨਹੀਂ ਬਣਾ ਸਕਦੇ। ਸਾਨੂੰ ਇਹਦੇ ਲਈ ਬਹੁਤ ਸਾਰੇ ਸਟੱਡੀ ਮਟੀਰੀਅਲ ਦੀ ਲੋੜ ਪਏਗੀ ਤੇ ਆਪਾਂ ਆਪਣੇ ਪੇਪਰ ਨੂੰ ਜੇਕਰ ਕਲੀਅਰ ਕਰਨਾ ਹੈ ਤਾਂ ਸਾਨੂੰ ਉਹ ਸਾਰਾ ਕੁਝ ਫੋਲੋ ਕਰਨਾ ਪਏਗਾ, ਬਜਾਏ ਕਿ ਅਸੀਂ ਮਾਰਕੀਟ ਵਿੱਚੋਂ ਟੈਟ 1 ਔਰ 2 ਦੀ ਇੱਕ ਕਿਤਾਬ ਲੈ ਕੇ ਆਉਂਦੇ ਹਾਂ ਤੇ ਉਹਦੇ ਉੱਪਰ ਹੀ ਆਪਾਂ ਆਪਣੇ ਪੇਪਰ ਨੂੰ ਛੱਡ ਦਿੰਦੇ ਹਾਂ ਕਿ ਇਹਦੇ ਵਿੱਚੋਂ ਪੜ੍ਹ ਕੇ ਸਾਡਾ ਪੇਪਰ ਕਲੀਅਰ ਹੋ ਜਾਏਗਾ। ਇਹ ਇੱਕ ਇੰਪੋਸੀਬਲ ਥਿੰਗ ਹੈ, ਜਿਹੜਾ ਕਿ ਅੱਜ ਤੱਕ ਕਦੇ ਵੀ ਕਿਸੇ ਪੇਪਰ ਦੇ ਵਿੱਚ ਐਵੇਂ ਪੋਸੀਬਲ ਨਹੀਂ ਹੋ ਪਾਉਂਦਾ ਹੈ। ਸਿਲੇਬਸ ਹੁਣ ਦੇਖਦੇ ਹਾਂ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦਾ। ਸਭ ਤੋਂ ਪਹਿਲਾਂ ਇਹਦਾ ਵਿੱਚ ਇਹ ਕੰਪੋਨੈਂਟ ਹੈ ਚਾਈਲਡ ਡਿਵੈਲਪਮੈਂਟ ਪ੍ਰਾਇਮਰੀ ਸਕੂਲ ਚਾਈਲਡ। ਪਹਿਲਾ ਹੈ ਕੰਸੈਪਟ ਆਫ ਡਿਵੈਲਪਮੈਂਟ ਐਂਡ ਇਟਸ ਰਿਲੇਸ਼ਨਸ਼ਿਪ ਵਿਦ ਲਰਨਿੰਗ। ਡਿਵੈਲਪਮੈਂਟ ਦਾ ਜਿਹੜਾ ਕੰਸੈਪਟ ਹੈ ਤੇ ਇਹਦਾ ਰਿਲੇਸ਼ਨ ਜਿਹੜਾ ਲਰਨਿੰਗ ਦੇ ਨਾਲ ਹੈ, ਇਹ ਟੌਪਿਕ ਹੈ ਇਹਦਾ। ਪ੍ਰਿੰਸੀਪਲਸ ਆਫ ਡਿਵੈਲਪਮੈਂਟ ਆਫ ਚਿਲਡਰਨ ਦੀ ਡਿਵੈਲਪਮੈਂਟ ਦੇ ਜਿਹੜੇ ਨਿਯਮ ਨੇ, ਰੂਲਸ ਨੇ, ਸਿਧਾਂਤ ਨੇ। ਉੱਤੇ ਹੈ ਇਨਫਲੂਐਂਸ ਆਫ ਹੈਰੀਡਿਟੀ ਐਂਡ ਇਨਵਾਇਰਨਮੈਂਟ। ਹੈਰੀਡਿਟੀ ਤੇ ਇਨਵਾਇਰਨਮੈਂਟ ਦਾ ਜੋ ਪ੍ਰਭਾਵ ਹੁੰਦਾ ਹੈ ਉਹ ਇਹਦੇ ਵਿੱਚ ਪੜਾਂਗੇ। ਸੋਸ਼ਲਾਈਜੇਸ਼ਨ ਪ੍ਰੋਸੈਸ, ਇੱਕ ਸਮਾਜੀਕਰਨ ਦਾ ਜਿਹੜਾ ਪ੍ਰੋਸੈਸ ਹੈ ਕਿਸੇ ਵੀ ਬੱਚੇ ਦਾ, ਉਹ ਕਿਵੇਂ ਹੁੰਦਾ ਹੈ। ਸੋਸ਼ਲ ਵਰਲਡ ਐਂਡ ਚਿਲਡਰਨ, ਟੀਚਰ, ਪੇਰੈਂਟ ਐਂਡ ਪੀਅਰਸ, ਬੱਚਾ, ਅਧਿਆਪਕ ਅਤੇ ਮਾਪੇ, ਜਿਹੜਾ ਕਿ ਸੋਸ਼ਲਾਈਜੇਸ਼ਨ ਦਾ ਪਾਰਟ ਹੁੰਦੇ ਨੇ, ਉਹ ਇੱਥੇ ਪੜਾਂਗੇ। ਪਿਆਜੇ, ਕੋਲਬਰਗ ਐਂਡ ਵਾਈਗੋਤਸਕੀ ਦੇ ਜਿਹੜੇ ਥਿਊਰੀਜ਼ ਨੇ, ਕੰਸਟਰਕਟ ਐਂਡ ਕ੍ਰਿਟੀਕਲ ਪਰਸਪੈਕਟਿਵ, ਇਹਦੀ ਜਿਹੜੀਆਂ ਥਿਊਰੀ ਨੇ ਇਹਨਾਂ ਨੂੰ ਵੀ ਬਹੁਤ ਡੀਪਲੀ ਕਰਨਾ ਸਾਨੂੰ ਪਏਗਾ। ਕੰਸੈਪਟ ਆਫ ਚਾਈਲਡ ਸੈਂਟਰਡ ਐਂਡ ਪ੍ਰੋਗਰੈਸਿਵ ਐਜੂਕੇਸ਼ਨ, ਚਾਈਲਡ ਸੈਂਟਰਡ ਤੇ ਪ੍ਰੋਗਰੈਸਿਵ ਐਜੂਕੇਸ਼ਨ ਸਾਡਾ ਇੱਕ ਟੌਪਿਕ ਹੈ। ਕ੍ਰਿਟੀਕਲ ਪਰਸਪੈਕਟਿਵ ਆਫ ਦਾ ਕੰਸਟਰਕਟ ਆਫ ਇੰਟੈਲੀਜੈਂਸ, ਇਹ ਵੀ ਸਾਡਾ ਇੱਕ ਟੌਪਿਕ ਹੈ। ਮਲਟੀ ਡਾਇਮੈਂਸ਼ਨਲ ਇੰਟੈਲੀਜੈਂਸ, ਇਹ ਵੀ ਸਾਡਾ ਟੌਪਿਕ ਹੈ। ਲੈਂਗੁਏਜ ਐਂਡ ਥੋਟਸ, ਜੈਂਡਰ ਐਜ਼ ਅ ਸੋਸ਼ਲ ਕੰਸਟਰਕਟ, ਜੈਂਡਰ ਰੋਲਸ, ਜੈਂਡਰ ਬੈਸ ਐਂਡ ਐਜੂਕੇਸ਼ਨਲ ਪ੍ਰੈਕਟਿਸ। ਇਸੇ ਤਰੀਕੇ ਦੇ ਨਾਲ ਇੰਡੀਵਿਜੂਅਲ ਡਿਫਰੈਂਸਿਸ ਅਮੰਗ ਲਰਨਰਸ, ਅੰਡਰਸਟੈਂਡਿੰਗ ਡਿਫਰੈਂਸਿਸ ਬੇਸਡ ਔਨ ਡਾਈਵਰਸਿਟੀ ਆਫ ਲੈਂਗੁਏਜ, ਕਾਸਟ, ਜੈਂਡਰ, ਕਮਿਊਨਿਟੀ, ਰਿਲੀਜਨ ਐਕਸੈਟਰਾ। ਇਹ ਜਿਹੜੇ ਸਾਡੇ A ਦੇ ਵਿੱਚ ਟੌਪਿਕ ਨੇ। ਹੁਣ ਅਸੀਂ ਅੱਗੇ ਵਧਦੇ ਹਾਂ। ਅਗਲਾ ਹੈ distinction between assessment for learning, assessment of learning, school based assessment, continuous and comprehension evaluation, perspective and practice। ਉਸ ਤੋਂ ਬਾਅਦ ਅਗਲਾ ਹੈ formulating appropriate questions for assessing readiness level of learners, for enhancing learning and critical thinking in the classroom and assessing learner achievement। ਉਸ ਤੋਂ ਬਾਅਦ ਸਾਡੇ ਕੋਲ ਜਿਹੜਾ B ਕੰਪੋਨੈਂਟ ਹੈ ਉਹ ਹੈ concept of inclusive education and understanding children with special needs। ਇਹਦੇ ਵਿੱਚ ਹੈ addressing learners from the diverse background including disadvantaged and deprived। ਇਹਦੇ ਵਿੱਚ ਹੀ B ਦੇ ਵਿੱਚ ਹੀ ਅਗਲਾ ਜਿਹੜਾ ਸਬ ਟੌਪਿਕ ਹੈ ਉਹ addressing the needs of children with learning difficulties, impairment etc। ਤੀਸਰਾ ਹੈ addressing the talented, creative, specially abled learners। ਇਹ B ਦੇ ਵਿੱਚ ਅਸੀਂ ਜਿਹੜਾ ਹੈ ਸਬ ਟੌਪਿਕ ਦੇਖ ਰਹੇ ਹਾਂ। ਉਸ ਤੋਂ ਬਾਅਦ C ਹੈ ਪਹਿਲੇ ਦਾ ਹੀ learning and pedagogy, how children think
एंड लर्न एक बच्चा किवें सोचता है तो किवें लर्न करता है। हाउ एंड वाई चिल्ड्रन फेल टू अचीव सक्सैस इन स्कूल परफॉर्मेंस, ये भी साडा एक टॉपिक है। बेसिक प्रोसेसिस ऑफ टीचिंग एंड लर्निंग, चिल्ड्रन स्ट्रेटजी ऑफ लर्निंग, लर्निंग एज अ सोशल एक्टिविटी, सोशल कंटेक्सट ऑफ लर्निंग। साडे कोल अगला है चाइल्ड एज अ प्रॉब्लम सॉल्वर एंड अ साइंटिफिक इन्वेस्टिगेटर। साडे कोल इस तो अगला सब टॉपिक है अल्टरनेटिव कंसेप्शंस ऑफ लर्निंग इन चिल्ड्रन, अंडरस्टैंडिंग चिल्ड्रन एरर एज सिग्निफिकेंट स्टेप इन द लर्निंग प्रोसेस। इस तो अगला सब टॉपिक है कॉग्निटिव एंड इमोशनल, मोटिवेशन एंड लर्निंग, फैक्टर्स कंट्रीब्यूटिंग टू लर्निंग, पर्सनल एंड एनवायरमेंटल। इस तो बाद साडा पेपर 1 का सैकेंड जो टॉपिक है वो है लैंग्वेज 1 पंजाबी, जो कि कंपलसरी है। ये भी 30 क्वेश्चन 30 मार्क्स के आएंगे। जिमें कि आप पहला देखा है 15 क्वेश्चन जोड़े ने भाषा नाल संबंधित सीधे होंगे, जिहदे तो व्याकरण, वर्णमाला या मात्रावां या इस तरह के जोड़े क्वेश्चन ने वो तो मुहारनी वगैरह थोड़ों पूछेगा। तो इस तो बाद जो है 15 क्वेश्चन जोड़े ने लगभग 15 क्वेश्चन वो भाषा के मनोविज्ञान नाल संबंधित होंगे। सब तो पहला देखो ए लैंग्वेज कंप्रीहेंशन, रीडिंग अनसीन पैसेज, 2 पैसेजेस, 1 प्रोज और ड्रामा एंड पोइम विद क्वेश्चंस ऑन कंप्रीहेंशन, कविता दी लाइनां, एक अनसीन पैसेज पैरा आएगा, ਉਹਦੇ ਵਿੱਚੋਂ क्वेश्चन होंगे इनफेरेंस, ग्रामर एंड वर्बल एबिलिटी, प्रोज पैसेज मे बी लिटरली साइंटिफिक एंड नैरेटिव और डिस्क्रिप्टिव। बी जोड़ा है पैडागोजी ऑफ लैंग्वेज डिवेलपमेंट, पैडागोजिकल क्वेश्चंस होंगे जिहदे लर्निंग एंड एक्यूजिशन, प्रिंसिपल्स ऑफ लैंग्वेज टीचिंग, रोल ऑफ लिसनिंग एंड स्पीकिंग, फंक्शन ऑफ लैंग्वेज एंड हाउ चिल्ड्रन यूज इट एज अ टूल। तीसरा है क्रिटिकल परस्पेक्टिव ऑन द रोल ऑफ ग्रामर इन लर्निंग एज अ लैंग्वेज फॉर कम्युनिकेटिव आइडियाज वर्बली और इन रिटन फॉर्म। अगला है चैलेंजेस ऑफ टीचिंग लैंग्वेज इन अ डाइवर्स क्लासरूम, लैंग्वेज डिफिकल्टीज एरर्स एंड डिसऑर्डर्स। ये लैंग्वेज 1 ਦੇ ਵਿੱਚ ਪੰਜਾਬੀ ਦੇ ਵਿੱਚ ਸਾਡੇ ਕੋਲੋਂ ਸਬ ਟੌਪਿਕ ਪੁੱਛੇ ਜਾਣੇ ਨੇ ਜਿਹੜੇ ਕਿ 30 ਨੰਬਰ ਦੇ ਆਧਾਰਿਤ ਹੋਣਗੇ। ਇਸੇ ਤਰੀਕੇ ਦੇ ਨਾਲ ਪੰਜਾਬੀ ਲੈਂਗੁਏਜ ਦੇ ਵਿੱਚੋਂ ਹੀ ਲੈਂਗੁਏਜ ਸਕਿੱਲਸ, ਐਵੈਲੂਏਟਿੰਗ ਲੈਂਗੁਏਜ ਕੰਪਰੀਹੈਂਸ਼ਨ ਐਂਡ ਪ੍ਰੋਫੀਸ਼ੀਐਂਸੀ, ਲਿਸਨਿੰਗ, ਸਪੀਕਿੰਗ, ਰੀਡਿੰਗ ਐਂਡ ਰਾਈਟਿੰਗ। ਇਸੇ ਤਰੀਕੇ ਨਾਲ ਟੀਚਿੰਗ ਲਰਨਿੰਗ ਮਟੀਰੀਅਲਸ, ਟੈਕਸਟ ਬੁੱਕਸ, ਮਲਟੀਮੀਡੀਆ ਮਟੀਰੀਅਲਸ, ਮਲਟੀਲਿੰਗੁਅਲ ਰਿਸੋਰਸ ਆਫ ਦਾ ਕਲਾਸਰੂਮ, ਰੈਮੀਡੀਅਲ ਟੀਚਿੰਗ। ਇਹ ਜਿਹੜੇ ਨੇ ਪੇपर 1 ਦੇ ਸੈਕਿੰਡ ਟੌਪਿਕ लैंग्वेज 1 जो कि पंजाबी है ਉਹਦੇ सब टॉपिक्स ने जिन्हां विचों 30 नंबर के क्वेश्चन साडे कोलों पूछे जाने ने। उस तो बाद साडे कोल तीसरा टॉपिक है लैंग्वेज सेकंड जो कि इंग्लिश है। ਇਹਦੇ ਵਿੱਚੋਂ भी 30 क्वेश्चन 30 मार्क्स ਦੇ 15 क्वेश्चन सीधे लैंग्वेज ਦੇ ਤੇ 30 ਜਿਹੜੇ 30 ਵਿੱਚੋਂ 15 क्वेश्चन ਜਿਹੜੇ ਨੇ ਉਹ ਸਾਡੇ ਕੋਲੋਂ ਸਾਈਕੋਲੋਜੀ ਦੇ ਪੁੱਛੇ ਜਾਣਗੇ, ਟੀਚਿੰਗ ਆਫ ਲੈਂਗੁਏਜ ਵਿੱਚੋਂ ਪੁੱਛੇ ਜਾਣਗੇ। ਜਿਸ ਤਰ੍ਹਾਂ ਇਹ ਹੈ ਕੰਪਰੀਹੈਂਸ਼ਨ, 2 unseen prose passages, descriptive, literally, narrative, scientific, with questions on comprehension, grammar and verbal ability। B ਜਿਹੜਾ ਹੈ ਉਹ pedagogical language ਹੈ, pedagogy of language development ਤੇ ਹੈ, ਜਿਵੇਂ ਅਸੀਂ ਪੰਜਾਬੀ ਦੇ ਵਿੱਚ ਦੇਖਿਆ ਸੀ। learning and acquisition, principles of language teaching, role of listening and speaking, function of language and how children use it as a tool। उस तो बाद अगला है क्रिटिकल परस्पेक्टिव ऑन द रोल ऑफ ग्रामर इन लर्निंग एज अ लैंग्वेज फॉर कम्युनिकेटिंग आइडियाज वर्बली और इन रिटन फॉर्म। उस तो अगला है चैलेंजेस ऑफ टीचिंग लैंग्वेज इन अ डाइवर्स क्लासरूम, लैंग्वेज डिफिकल्टीज एरर्स एंड डिसऑर्डर्स। उस तो बाद अगला है लैंग्वेज स्किल्स। अगला है एवेलुएटिंग लैंग्वेज कंप्रीहेंशन एंड प्रोफिशिएंसी, लिसनिंग, स्पीकिंग, रीडिंग एंड राइटिंग। उस तो अगला है टीचिंग लर्निंग मटीरियल्स, टेक्स्ट बुक्स, मल्टीमीडिया मटीरियल, मल्टीलिंगुअल रिसोर्स ऑफ द क्लासरूम। इस तो अगला है रेमीडियल टीचिंग। साडे कोल तीसरे तो बाद चौथा जिहड़ा है वो मैथमैटिक्स का है। 30 क्वेश्चन इहदे विचों पूछे जाणगे। कंटेंट विचों जिवें ज्योमैट्री, शेप एंड स्पार्टल अंडरस्टैंडिंग, सॉलिड्स अराउंड अस, नंबर्स, एडिशन एंड सबट्रैक्शन, मल्टीप्लिकेशन, डिवीजन,
measurement, weight, time, volume, data handling, patterns and money. Pedagogical issues: nature of mathematics, logical thinking, understanding children's thinking and reasoning patterns, and strategies of making meaning and learning. अगला है साडे कोल place of mathematics in curriculum, language of mathematics, community mathematics, evolution through formal and informal methods, problem of teaching, error analysis and related aspects of teaching and learning, diagnostic and remedial teaching. ਇਹ ਅਸੀਂ ਮੈਥਮੈਟਿਕਸ ਦੇ ਅੰਦਰ ਪੜਾਂਗੇ। ਉਸ ਤੋਂ ਬਾਅਦ ਜਿਹੜਾ ਪੰਜਵਾਂ ਕੰਪੋਨੈਂਟ ਹੈ 30 ਕੁਐਸਚਨ ਇਹਦੇ ਵਿੱਚੋਂ ਹੋਣਗੇ ਤੇ ਇਹ ਜਿਹੜੇ ਕੁਐਸਚਨ ਨੇ ਇਹ ਇਨਵਾਇਰਨਮੈਂਟਲ ਸਟੱਡੀ ਨਾਲ ਰਿਲੇਟਡ ਨੇ। ਕੰਟੈਕਸਟ ਜਿਹੜੇ ਸਿੱਧੇ ਟੌਪਿਕ ਵਿੱਚੋਂ ਪੁੱਛੇ ਜਾਣਗੇ। ਫੈਮਿਲੀ ਐਂਡ ਫਰੈਂਡਸ, relationship, work and place, animal, plants, food, shelter, water, travel, things we make and do. Pedagogical issues, concept and scope of EVS, significance of EVS, integrated EVS. Environmental studies and environmental education, learning principles, scope and relation to science and social science, approaches of presenting concepts, activities, experimentation and practice work, discussion, CCE, teaching material or aids, problem of teaching. ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੀਟੈਟ ਪੇਪਰ 1 ਪੰਜਾਬ ਸਟੇਟ ਟੀਚਰ ਐਲੀਜੀਬਿਲਿਟੀ ਟੈਸਟ ਪੇਪਰ 1 ਦੇ ਜਿਹੜੇ ਕੰਪੋਨੈਂਟ ਨੇ 5 ਨੇ। 5 ਕੰਪੋਨੈਂਟ ਕਿਹੜੇ ਨੇ ਅਸੀਂ ਉਹ ਇੱਥੇ ਦੇਖੇ ਆ। ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀਕਲ ਇਸ਼ੂਜ਼ ਨੇ, ਸਾਈਕੋਲੋਜੀ ਨਾਲ ਸੰਬੰਧਿਤ ਪਹਿਲਾ ਟੌਪਿਕ ਸੀ, 30 ਕੁਐਸਚਨ ਉਹਦੇ ਵਿੱਚੋਂ ਸੀ। ਫਿਰ ਉਸ ਤੋਂ ਬਾਅਦ ਲੈਂਗੁਏਜ 1 ਸੀ ਜੋ ਕਿ ਪੰਜਾਬੀ ਸੀ, 30 ਕੁਐਸਚਨ ਉਹਦੇ ਸੀ। ਲੈਂਗੁਏਜ 2 ਸੀ, ਉਹਦੀ ਇੰਗਲਿਸ਼ ਸੀ, ਉਹਦੇ 30 ਕੁਐਸਚਨ ਸੀ। ਫਿਰ ਮੈਥਮੈਟਿਕਸ ਸੀ, 30 ਕੁਐਸਚਨ ਉਹਦੇ ਵਿੱਚੋਂ ਸੀ। ਫਿਰ 30 ਕੁਐਸਚਨ ਜਿਹੜੇ ਨੇ ਇਨਵਾਇਰਨਮੈਂਟਲ ਸਟੱਡੀਜ਼ ਦੇ ਸੀਗੇ। ਤਾਂ ਇਸ ਤਰੀਕੇ ਦੇ ਨਾਲ ਸਾਡੇ ਕੋਲੋਂ 150 ਕੁਐਸਚਨ ਦੇ ਵਿੱਚੋਂ 150 ਮਾਰਕਸ ਅਸੀਂ ਜਿਹੜੇ ਹੈ ਲੈ ਸਕਦੇ ਹਾਂ। ਤੇ ਇਹ ਜਿਹੜੇ 150 ਕੁਐਸਚਨ ਨੇ ਇਹਨਾਂ ਨੂੰ ਤੁਸੀਂ ਬੜੇ ਈਜ਼ੀ ਤਰੀਕੇ ਦੇ ਨਾਲ ਕਰ ਸਕਦੇ ਹੋ। ਤੁਸੀਂ ਬੜੇ ਈਜ਼ੀ ਤਰੀਕੇ ਦੇ ਨਾਲ ਆਪਣੇ ਪੇਪਰ ਨੂੰ ਜਿਹੜਾ ਹੈ ਉਹ ਕੁਆਲੀਫਾਈ ਕਰ ਸਕਦੇ ਹੋ ਜੇਕਰ ਤੁਸੀਂ ਉਹਨੂੰ ਥੋੜਾ ਜਿਹਾ ਸਿਸਟਮ ਦੇ ਵਿੱਚ ਜਿਹੜਾ ਹੈ ਤਿਆਰ ਕਰੋ, ਤੁਸੀਂ ਡੀਪਲੀ ਸਟੱਡੀ ਕਰੋ ਤੇ ਤੁਸੀਂ ਜਿਹੜਾ ਹੈ ਉਹਨੂੰ ਇੱਕ ਕੌਨਫੀਡੈਂਸ ਦੇ ਨਾਲ ਜਿਹੜਾ ਹੈ ਆਪਣੇ ਪੇਪਰ ਨੂੰ ਟੈਕਲ ਕਰੋ। ਆਪਣੇ ਸਿਲੇਬਸ ਨੂੰ ਜਿਹੜਾ ਹੈ ਜੋ ਅਸੀਂ ਸਮਝਾਇਆ ਹੈ ਉਹਨੂੰ ਚੰਗੀ ਤਰ੍ਹਾਂ ਦੇਖੋ। ਅਸੀਂ ਤੁਹਾਨੂੰ ਇਸ ਚੈਨਲ ਤੇ ਜਿਹੜਾ ਹੈ ਤੁਹਾਡੇ ਪੇਪਰ ਦੀ ਤਿਆਰੀ ਦੇ ਲਈ ਉਚਿਤ ਜਿਹੜਾ ਹੈ ਸਟੱਡੀ ਮਟੀਰੀਅਲ ਉਪਲਬਧ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਇਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਸਾਡੇ ਚੈਨਲ ਨਾਲ ਜੁੜੋ, ਸਾਨੂੰ ਸਬਸਕ੍ਰਾਈਬ ਕਰੋ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਜਿਹੜੇ ਹੈ ਕਿਸੇ ਵੀ ਕੁਐਸਚਨ ਨੂੰ ਪੁੱਟ ਕਰੋ। ਤੁਹਾਡਾ ਕੋਈ ਵਿਊ ਹੈ ਉਹ ਸਾਨੂੰ ਜ਼ਰੂਰ ਦਿਓ ਤਾਂ ਕਿ ਅਸੀਂ ਤੁਹਾਨੂੰ ਜਿਹੜਾ ਹੈ ਸਹੀ ਤਰੀਕੇ ਦੇ ਨਾਲ ਗਾਈਡ ਕਰ ਸਕੀਏ। ਸਾਡਾ ਜਿਹੜਾ ਮੋਟਿਵ ਹੈ ਉਹ ਵੱਧ ਤੋਂ ਵੱਧ ਬੱਚਿਆਂ ਦਾ ਪੇਪਰ ਕਲੀਅਰ ਕਰਾਉਣਾ ਹੈ, ਭਾਵੇਂ ਉਹ ਪੇਪਰ 1 ਹੈ, ਪੇਪਰ 2 ਹੈ। ਕਿਉਂਕਿ ਬੱਚਿਆਂ ਦੇ ਜਿਹੜੇ ਪੇਪਰ ਨੇ ਉਹ 1 ਜਾਂ 2 ਮਾਰਕਸ ਨਾਲ ਰਹਿ ਜਾਂਦੇ ਨੇ ਤੇ ਉਹ ਜਿਹੜਾ ਹੈ ਉਹਨਾਂ ਲਈ ਬੜੀ ਹੀ ਦੁੱਖ ਵਾਲੀ ਗੱਲ ਹੁੰਦੀ ਹੈ ਤੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਬੱਚੇ ਦਾ ਪੇਪਰ 1 ਜਾਂ 2 ਨੰਬਰ ਨਾਲ ਰਹੇ। ਪੇਪਰ ਦਾ ਲੈਵਲ ਕਈ ਵਾਰ ਜਿਹੜਾ ਹੈ ਬਹੁਤ ਜ਼ਿਆਦਾ ਟਫ ਹੋ ਜਾਂਦਾ ਹੈ, ਉਸ ਕੰਡੀਸ਼ਨ ਦੇ ਵਿੱਚ ਵੀ ਕਈ ਵਾਰ ਪੇਪਰ ਈਜ਼ੀ ਆ ਜਾਂਦਾ ਹੈ ਤੇ ਉਸ ਕੰਡੀਸ਼ਨ ਦੇ ਵਿੱਚ ਵੀ ਅਸੀਂ ਇਹੀ ਚਾਹਾਂਗੇ ਕਿ ਤੁਹਾਡਾ ਪੇਪਰ ਕਲੀਅਰ ਹੋਵੇ, ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਟੌਪਿਕ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਨਾ ਰਹੇ, ਤੁਹਾਨੂੰ ਜਿਹੜਾ ਹੈ ਪਹਿਲੇ ਕੰਪੋਨੈਂਟ ਤੋਂ ਲੈ ਕੇ ਲਾਸਟ ਕੰਪੋਨੈਂਟ ਤੱਕ ਸਾਰੇ ਜਿਹੜੇ ਟੌਪਿਕਸ ਨੇ ਉਹ ਕਲੀਅਰ ਹੋਣ। ਕੋਈ ਵੀ ਕੁਐਸਚਨ ਆਉਂਦਾ ਹੈ ਤਾਂ ਤੁਹਾਨੂੰ ਉਹਦਾ ਆਨਸਰ ਪਤਾ ਹੋਵੇ। ਸੋ ਆਪਾਂ ਜਿਹੜਾ ਹੈ ਇਸ ਤਰੀਕੇ ਦੇ ਨਾਲ ਇਸ ਟੈਟ ਨੂੰ ਕਲੀਅਰ ਕਰਨ ਦੇ ਲਈ ਜਿਹੜਾ ਹੈ ਤੁਹਾਨੂੰ ਗਾਈਡ ਕਰਨਾ ਹੈ, ਤਾਂ ਤੁਸੀਂ ਜਿਹੜਾ ਹੈ ਸਾਡੇ ਨਾਲ ਜੁੜਨਾ ਹੈ।